warned ਚੰਦੂ। ਚੰਦੂ ਨੇ ਮੈਨੂੰ ਆਗਾਹ ਕੀਤਾ, ਵਾਰਨਿੰਗ ਦਿੱਤੀ ਕਿ ਚੁੱਪ ਹੋ ਜਾਓ, ਡੋਂਟ ਮੇਕ ਅ ਰॉ, ज़्यादा शोर ना मचाओ। बट लुक एट द साहूकार, पर साहूकार वाल देखो, ही लुक्स लाइक अ लीपर, ਉਹ ਇੱਕ ਅਧਰੰਗ ਦੇ ਮਰੀਜ਼ ਵਰਗਾ ਦਿਖਦਾ ਹੈ, ਵਿਦ ਦ ਬ੍ਰਾਊਨ ਟਿੰਜ ਆਫ ਟੋਬੈਕੋ, ਕਿ ਜਿਹਦਾ ਰੰਗ ਭੂਰੇ ਤੰਬਾਕੂ ਦੇ ਦਾਗ ਵਰਗਾ ਹੋ ਗਿਆ ਹੈ। ਔਨ ਹਿਜ਼ ਵਾਲਰਸ ਮਸਟੈਸ਼ which I once used to trim, ਉਸ ਦੀ ਜਿੱਦਾਂ ਕਿ ਇੱਕ ਜਾਨਵਰ ਜਿਸ ਦਾ ਨਾਮ ਵਾਲਰਸ ਹੈ, ਉਸ ਦੇ ਦੰਦਾਂ ਦੇ ਆਕਾਰ ਵਰਗੀਆਂ ਉਸ ਦੀਆਂ ਮੁੱਛਾਂ ਹੋ ਗਈਆਂ ਸਨ, ਜਿਹੜੀ ਕਿ ਮੈਂ ਅਕਸਰ ਕੱਟ ਦਿਆ ਕਰਦਾ ਸੀ। ਨਾਓ ਯੂ ਰਨ ਪਾਸਟ ਦਾ ਸ਼ੋਪ ਐਂਡ ਕਾਲ, ਤੂੰ ਹੁਣ ਉਸ ਸਾਹੂਕਾਰ ਦੀ ਸ਼ੋਪ ਦੇ ਅੱਗੋਂ ਲੰਘ ਅਤੇ ਉਹਨਾਂ ਨੂੰ ਬੁਲਾ, ਬੀਵਰਸ ਬੀਵਰਸ, ਬੀਵਰਸ ਊਦ ਬਿਲਾਵ ਨੂੰ ਕਹਿੰਦੇ ਹਨ। ਸੋ ਚੰਦੂ ਨੇ ਮੈਨੂੰ ਕਿਹਾ ਕਿ ਮੈਂ ਸਾਹੂਕਾਰ ਦੀ ਸ਼ੋਪ ਦੇ ਅੱਗੋਂ ਲੰਘਦੇ ਲੰਘਦੇ ਉਹਨਾਂ ਨੂੰ ਬੀਵਰਸ ਬੀਵਰਸ ਕਹਿ ਕੇ ਚਿੜਾਵਾਂ। ਦੇ ਕਾਂਟ ਸੇ ਐਨੀਥਿੰਗ ਟੂ ਯੂ, ਉਹ ਤੈਨੂੰ ਕੁਝ ਵੀ ਨਹੀਂ ਕਹਿਣਗੇ। ਆਈ ਵਾਸ ਟੂ ਇੰਪੈਚੁਅਸ, ਮੈਂ ਬਹੁਤ ਜਲਦਬਾਜ਼ੀ ਨਾਲ ਕੰਮ ਕਰਨ ਵਾਲਾ ਸੀ। ਅ ਡਿਸਾਈਪਲ ਆਫ ਦਾ ਇੰਪਿਸ਼ ਚੰਦੂ, ਅਤੇ ਮੈਂ ਸ਼ਰਾਰਤੀ ਚੰਦੂ ਦਾ ਚੇਲਾ ਸੀ। ਟੂ ਵੇਟ ਟੂ ਡੈਲੀਬਰੇਟ, ਤੇ ਜਿੱਦਾਂ ਚੰਦੂ ਸ਼ਰਾਰਤੀ ਸੀ ਉਸੇ ਤਰ੍ਹਾਂ ਹੀ ਮੈਂ ਵੀ ਬਹੁਤ ਜਲਦਬਾਜ਼ੀ ਵਿੱਚ ਕੰਮ ਕਰਨ ਵਾਲਾ ਸੀ, ਤੇ ਉਸੇ ਹੀ ਸ਼ਰਾਰਤੀ ਚੰਦੂ ਦਾ ਚੇਲਾ ਸੀ, ਤੇ ਜਿੱਦਾਂ ਚੰਦੂ ਕਰਦਾ ਸੀ ਤੇ ਮੈਂ ਵੀ ਜਾਣਬੁੱਝ ਕੇ ਉਸੇ ਤਰ੍ਹਾਂ ਹੀ ਕਰਦਾ ਸੀ। ਬੀਵਰਸ ਬੀਵਰਸ ਬੀਵਰਸ, ਆਈ ਸ਼ਾਊਟਡ ਐਜ਼ ਆਈ ਰੈਨ ਪਾਸਟ ਦ ਸ਼ੋਪ ਟੂ ਦ ਐਜ ਆਫ ਦ ਪਲੇਟਫਾਰਮ ਬਾਈ ਦ ਬਨਿਆਨ ਟਰੀ। ਤੇ ਚੰਦੂ ਦਾ ਕਹਿਣਾ ਮੰਨਦੇ ਹੋਏ, ਬਿਨਾਂ ਸੋਚੇ ਸਮਝੇ ਮੈਂ ਉਹਨਾਂ ਦੀ ਦੁਕਾਨ ਦੇ ਅੱਗੋਂ ਲੰਘਦੇ ਹੋਏ ਉੱਚੀ ਉੱਚੀ ਊਦ ਬਿਲਾਵ ਊਦ ਬਿਲਾਵ ਊਦ ਬਿਲਾਵ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਉਹਨਾਂ ਦੀ ਦੁਕਾਨ ਦੇ ਸਾਹਮਣੇ ਲੰਘਿਆ ਤੇ ਇਹ ਮੈਂ ਉਸ ਬੋਰਡ ਦੇ ਦਰਖਤ ਦੇ ਇਰਦ ਗਿਰਦ ਜੋ ਬੈਠਣ ਦੀ ਜਗ੍ਹਾ ਬਣੀ ਹੋਈ ਸੀ ਉਸ ਦੇ ਕਿਨਾਰੇ ਤੱਕ ਪਹੁੰਚਦੇ ਹੋਏ ਕਿਹਾ, ਦ peasants who were gathered around the shop burst out laughing, ਤੇ ਕਿਸਾਨ ਜੋ ਕਿ ਉਸ ਸਾਹੂਕਾਰ ਦੀ ਦੁਕਾਨ ਦੇ ਇਰਦ ਗਿਰਦ ਇਕੱਠੇ ਹੋਏ ਸਨ, ਉਹਨਾਂ ਸਾਰਿਆਂ ਨੇ ਹੱਸਣਾ ਸ਼ੁਰੂ ਕਰ ਦਿੱਤਾ। as they had apparently been itching to, ਅਤੇ ਜੋ ਸਾਫ਼ ਤੇ ਸਪਸ਼ਟ ਦਿਖ ਰਿਹਾ ਸੀ ਕਿ ਉਹਨਾਂ ਦਾ ਵੀ ਹੱਸਣ ਤੇ ਪੂਰਾ ਮਨ ਕਰ ਰਿਹਾ ਸੀ। for they had noticed the strong growth on the elders face, ਉਹ ਵੀ ਇਸੇ ਹੀ ਕਰਕੇ ਸੀ ਕਿ ਉਹਨਾਂ ਨੇ ਵੀ ਇਹਨਾਂ ਵੱਡਿਆਂ ਦੇ ਚਿਹਰਿਆਂ ਤੇ ਇਹ ਜੋ ਬਹੁਤ ਸਾਰੀ ਦਾੜੀ ਅਤੇ ਮੁੱਛਾਂ ਉੱਗ ਗਈਆਂ ਸਨ, ਉਹਨਾਂ ਦੇ ਹੁਣ ਇਸ ਅਜੀਬ ਜਿਹੇ ਚਿਹਰੇ ਨੂੰ ਦੇਖ ਕੇ ਉਹਨਾਂ ਨੂੰ ਵੀ ਹਾਸਾ ਆ ਰਿਹਾ ਸੀ। though they had not dared to say anything, ਹਾਲਾਂਕਿ ਉਹਨਾਂ ਵਿੱਚ ਕੋਈ ਇੰਨੀ ਹਿੰਮਤ ਨਹੀਂ ਸੀ ਕਿ ਉਹ ਸਾਹੂਕਾਰ ਨੂੰ ਇਸ ਬਾਰੇ ਕੁਝ ਕਹਿ ਸਕਣ ਕਿ ਉਹ ਕਿੰਨੇ ਹਾਸੋਹੀਣੇ ਲੱਗ ਰਹੇ ਸਨ। ਕੈਚ ਹਿਮ ਦ ਲਿਟਲ ਰੌਗ, ਫੜੋ ਉਸ ਨੂੰ ਉਸ ਛੋਟੇ ਸ਼ੈਤਾਨ ਨੂੰ। ਸ਼ਾਊਟਡ ਦ ਸਾਹੂਕਾਰ ਚਿल्लाया, ਹੀ ਇਜ਼ ਇਨ ਲੀਗ ਵਿਦ ਦੈਟ ਬਾਬਰ ਬॉय ਚੰਦੂ, ਉਹ ਉਸ ਨਾਈ ਲੜਕੇ ਚੰਦੂ ਦੇ ਨਾਲ ਮਿਲਿਆ ਹੋਇਆ ਹੈ। ਬਟ ਆਫ ਕੋਰਸ, ਪਰ ਹਾਂ ਯਕੀਨਨ, ਆਈ ਹੈਡ ਕਲਾਈਮਡ ਅਪ ਦ ਬਨਿਆਨ ਟਰੀ, ਕਿ ਮੈਂ ਤਾਂ ਉਸ ਬੋਰਡ ਦੇ ਦਰਖਤ ਤੇ ਚੜ ਚੁੱਕਾ ਸੀ। ਫਰੋਮ ਵਿਚ ਆਈ ਜੰਪਡ ਔਨ ਟੂ ਦ ਵਾਲ ਆਫ ਦ ਟੈਂਪਲ, ਤੇ ਜਿੱਥੋਂ ਮੈਂ ਮੰਦਰ ਦੀ ਦੀਵਾਰ ਦੇ ਉੱਤੇ ਜੰਪ ਲਗਾਇਆ। ਐਂਡ ਸ਼ਾਊਟਡ ਮਾਈ ਸਲੋਗਨ ਐਟ ਦ ਪ੍ਰੀਸਟ, ਤੇ ਉਸ ਮੰਦਰ ਵਿੱਚ ਬੈਠੇ ਪੁਜਾਰੀ ਨੂੰ ਵੀ ਮੈਂ ਉਸੇ ਤਰ੍ਹਾਂ ਹੀ ਛੇੜਿਆ, ਬੀਵਰਸ 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 ਕਹਿ ਕੇ। ਦ ਰਿਊਮਰ ਅਬਾਊਟ ਦ ਬਾਰਬਰ ਬॉय ਸਟ੍ਰਾਈਕ ਸਪਰੈਡ, ਕਿ ਉਸ ਨਾਈ ਮੁੰਡੇ ਦੀ ਹੜਤਾਲ ਦੀ ਖਬਰ, ਹੜਤਾਲ ਦੀ ਅਫਵਾਹ ਸਭ ਪਾਸੇ ਫੈਲ ਗਈ। ਐਂਡ ਜੋਕਸ ਅਬਾਊਟ ਦ ਅਨਕੈਂਪਡ ਬੀਅਰਡਸ ਆਫ ਦ ਐਲਡਰਸ ਆਫ ਦ ਵਿਲੇਜ ਬਿਕੇਮ ਕਰੰਟ ਇਨ ਐਵਰੀ ਹੋਮ, ਅਤੇ ਹਰ ਘਰ ਵਿੱਚ ਉਸ ਪਿੰਡ ਦੇ ਵੱਡੇ ਲੋਕਾਂ ਦੀਆਂ ਜ਼ਿਆਦਾ ਹੀ ਵਧੀਆਂ ਹੋਈਆਂ ਦਾੜੀਆਂ ਦੀ ਖਬਰ ਹਰ ਘਰ ਵਿੱਚ ਹੋਣ ਲੱਗ ਪਈ। ਈਵਨ ਦੋਜ਼ ਹੂ ਆਰ ਆਫ ਹਾਈ ਕਾਸਟ, ਉਹ ਵੀ ਜਿਹੜੇ ਉੱਚੀਆਂ ਜਾਤਾਂ ਦੇ ਸਨ। ਈਵਨ ਦਾ ਮੈਂਬਰਸ ਆਫ ਦਾ ਫੈਮਿਲੀਜ਼ ਆਫ ਦਾ ਐਲਡਰਸ, ਅਤੇ ਜੋ ਉਹਨਾਂ ਵੱਡੇ ਲੋਕਾਂ ਦੇ ਫੈਮਿਲੀ ਮੈਂਬਰ ਸਨ, ਉਹ ਵੀ ਬਿਗਨ ਟੂ ਗਿਗਲ ਵਿਦ ਲਾਫਟਰ, ਉਹ ਵੀ ਇੱਕ ਦਬਿਆ ਹਾਸਾ ਹੱਸਣ ਲੱਗ ਪਏ। ਐਟ ਦਾ ਸ਼ੈਬੀ ਅਪੀਅਰੈਂਸ, ਉਹਨਾਂ ਦੀ ਗੰਦੀ ਦਿੱਖ ਉੱਤੇ, ਆਫ ਦਾ ਗ੍ਰੇਟ ਵਨਸ, ਜੋ ਇਹ ਵੱਡੇ ਵੱਡੇ ਲੋਕ ਸਨ। ਐਂਡ ਮੇਡ ਰੂਡ ਰਿਮਾਰਕਸ ਅਬਾਊਟ देयर ਪਰਸਨਸ, ਅਤੇ ਉਹਨਾਂ ਦੀ ਪਰਸਨੈਲਿਟੀ ਦੇ ਲਈ ਉਹ ਰੂਡ ਰਿਮਾਰਕਸ ਦੇਣ ਲੱਗੇ, ਭੱਦੇ ਤੰਜ਼ ਕੱਸਣ ਲੱਗੇ। ਐਂਡ ਇਟ ਵਾਸ ਸੈਡ ਦੈਟ ਐਟ ਲੀਸਟ, ਅਤੇ ਘੱਟੋ ਘੱਟ ਇਹ ਵੀ ਗੱਲ ਹੋਣ ਲੱਗ ਪਈ ਸੀ, ਦ ਲੈਂਡ ਲਾਰਡਸ ਵਾਈਫ ਥ੍ਰੈਟਨਡ ਟੂ ਰਨ ਅਵੇ ਵਿਦ ਸਮਬਡੀ, ਕਿ ਜ਼ਿਮੀਦਾਰ ਦੀ ਪਤਨੀ ਨੇ ਉਸ ਨੂੰ ਧਮਕੀ ਦੇ ਦਿੱਤੀ ਸੀ ਕਿ ਉਹ ਕਿਸੇ ਹੋਰ ਵਿਅਕਤੀ ਦੇ ਨਾਲ ਭੱਜ ਕੇ ਚਲੇ ਜਾਏਗੀ। ਬਿਕਾਜ਼ ਬੀਇੰਗ ਯੰਗਰ ਦੈਨ ਹਰ ਹਸਬੈਂਡ ਬਾਈ 20 years, ਕਿਉਂਕਿ ਸਾਹੂਕਾਰ ਦੀ ਪਤਨੀ ਆਪਣੇ ਹਸਬੈਂਡ ਤੋਂ 20 ਸਾਲ ਛੋਟੀ ਸੀ, ਤੇ 20 ਸਾਲ ਛੋਟੀ ਹੋਣ ਕਰਕੇ she had borne with him as long as he kept himself in trim, ਉਹ ਉਸ ਦੇ ਨਾਲ ਫਿਰ ਵੀ ਸਮਝੌਤਾ ਕਰਕੇ ਰਹਿੰਦੀ ਰਹੀ, ਉਸ ਨੂੰ ਬਰਦਾਸ਼ਤ ਕਰਦੀ ਰਹੀ ਜਦ ਤੱਕ ਕਿ ਉਹ ਸ਼ੇਵ ਕਰਕੇ ਰਹਿੰਦਾ ਸੀ। but was now disgusted with him, ਪਰ ਹੁਣ ਉਹ ਸਮਝੌਤਾ ਕਰਦੇ ਕਰਦੇ ਥੱਕ ਗਈ ਸੀ। beyond the limits of reconciliation, ਕਿਉਂਕਿ ਹੁਣ ਉਸ ਲਈ ਸਮਝੌਤਾ ਕਰਨਾ ਇੱਕ ਲਿਮਿਟ ਤੋਂ ਪਰੇ ਦੀ ਗੱਲ ਹੋ ਗਈ ਸੀ। ਭਾਵ ਇਹ ਗੱਲਾਂ ਵੀ
ਲੋਕਾਂ ਨੇ ਸੁਣਨ ਵਿੱਚ ਆਈਆਂ ਕਿ ਉਸ ਦੀ ਪਤਨੀ ਵੀ ਉਸ ਦੇ ਅਨਸ਼ੇਵਡ ਚਿਹਰੇ ਤੋਂ ਖਾਸੀ ਉਕਤਾ ਗਈ ਸੀ। ਚੰਦੂ ਡਿਡ ਗੁੱਡ ਬਿਜ਼ਨਸ ਇਨ ਟਾਊਨ ਡਿਊਰਿੰਗ ਥੀਸ ਡੇਜ਼। ਚੰਦੂ ਨੇ ਇਹਨਾਂ ਦਿਨਾਂ ਵਿੱਚ ਸ਼ਹਿਰ ਵਿੱਚ ਬਹੁਤ ਅੱਛਾ ਵਪਾਰ ਕੀਤਾ ਐਂਡ ਸੇਵਡ ਮਨੀ, ਅਤੇ ਪੈਸਾ ਬਚਾਇਆ। ਈਵਨ ਦੋ ਹੀ ਬੌਟ ਨਿਊ ਕਲੋਥਸ, ਤੇ ਨਾਲ ਹੀ ਉਸਨੇ ਨਵੇਂ ਕੱਪੜੇ ਵੀ ਖਰੀਦੇ ਐਂਡ ਨਿਊ ਟੂਲਸ, ਅਤੇ ਨਵੇਂ ਔਜ਼ਾਰ ਵੀ ਖਰੀਦੇ ਫॉर ਹਿਮਸੈਲਫ, ਆਪਣੇ ਆਪ ਲਈ, ਐਂਡ ਗੇਵ ਮੀ ਵੇਰੀਅਸ ਪ੍ਰੈਜ਼ੈਂਟਸ, ਅਤੇ ਮੈਨੂੰ ਵੀ ਕਈ ਤੋਹਫੇ ਦਿੱਤੇ। ਦ ਵਿਲੇਜ ਐਲਡਰਸ threatened to have him sent to prison for his offenses। ਸੋ ਪਿੰਡ ਦੇ ਉੱਚੀ ਜ਼ਾਤ ਦੇ ਲੋਕਾਂ ਨੇ ਚੰਦੂ ਨੂੰ ਉਸ ਦੇ ਗੁਨਾਹਾਂ ਕਰਕੇ ਜੇਲ੍ਹ ਵਿੱਚ ਭੇਜਣ ਦੀ ਧਮਕੀ ਦਿੱਤੀ and ordered his mother to force him to obey before they committed him to the police for a breach of the peace। ਅਤੇ ਉਸ ਦੀ ਮਾਂ ਨੂੰ ਹੁਕਮ ਦਿੱਤਾ ਕਿ ਉਹ ਚੰਦੂ ਤੇ ਜ਼ੋਰ ਪਾਵੇ ਕਿ ਉਹ ਉਹਨਾਂ ਉੱਚੀ ਜ਼ਾਤ ਦੇ ਸ਼ਾਹੂਕਾਰ ਪੰਡਤਾਂ ਦਾ ਕਹਿਣਾ ਮੰਨ ਕੇ ਵਾਪਸ ਕੰਮ ਤੇ ਆ ਜਾਵੇ, ਨਹੀਂ ਤਾਂ ਉਹ ਪੁਲਿਸ ਨੂੰ ਉਸ ਪਿੰਡ ਦੀ ਸ਼ਾਂਤੀ ਦੀ ਉਲੰਘਣਾ ਕਰਨ ਦੇ ਜੁਰਮ ਵਿੱਚ ਚੰਦੂ ਨੂੰ ਪੁਲਿਸ ਕੋਲੋਂ ਫੜਾ ਦੇਣਗੇ। ਬਟ ਚੰਦੂ's mother had for the first time in her life touched the edge of prosperity। ਪਰ ਕਿਉਂਕਿ ਹੁਣ ਚੰਦੂ ਕਾਫੀ ਕਮਾਉਣ ਲੱਗ ਗਿਆ ਸੀ ਅਤੇ ਚੰਦੂ ਦੀ ਮਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਉન્નਤੀ ਦਾ ਸਿਰਾ ਛੂਇਆ ਸੀ ਐਂਡ she told them all, ਅਤੇ ਉਸਨੇ ਉਹਨਾਂ ਸਾਰੇ ਉੱਚੀ ਜ਼ਾਤੀ ਦੇ ਲੋਕਾਂ ਨੂੰ ਕਿਹਾ what she thought of them, ਜੋ ਕੁਝ ਵੀ ਉਹਨਾਂ ਬਾਰੇ ਸੋਚਦੀ ਸੀ in a language even plainer, ਅਤੇ ਬਿਲਕੁਲ ਸਿੱਧੀ ਸਿੱਧੀ ਭਾਸ਼ਾ ਵਿੱਚ ਉਹਨੇ ਕਹਿ ਦਿੱਤਾ than that in which she had always addressed them। ਤੇ ਉਹ ਭਾਸ਼ਾ ਇਹੋ ਜੀ ਸੀ ਤੇ ਅਜਿਹੀ ਸਖਤ ਭਾਸ਼ਾ ਦੇ ਵਿੱਚ ਉਹ ਉਹਨਾਂ ਦੇ ਨਾਲ ਕਦੀ ਵੀ ਨਹੀਂ ਬੋਲੀ ਸੀ, ਉਹਨਾਂ ਨੂੰ ਕਦੀ ਵੀ ਐਡਰੈਸ ਨਹੀਂ ਕੀਤਾ ਸੀ। then they thought of getting the barber of Verka to come and attend them, ਅਤੇ ਫਿਰ ਉਹਨਾਂ ਨੇ ਵੇਰਕਾ ਦੇ ਨਾਈ ਨੂੰ ਆਪਣੇ ਕੋਲੋਂ ਕੰਮ ਕਰਨ ਅਤੇ ਉਸ ਨੂੰ ਬੁਲਾਉਣ ਲਈ ਸੋਚਿਆ and offered him an anna, ਅਤੇ ਉਸ ਨੂੰ ਇਸ ਕੰਮ ਦੇ ਬਦਲੇ ਇੱਕ ਆਨਾ ਦੇਣ ਦੀ ਆਫਰ ਕੀਤੀ instead of the 2 pice they had usually paid to ਚੰਦੂ। ਕਿ ਉਹ ਚੰਦੂ ਨੂੰ ਤਾਂ ਆਮ ਕਰਕੇ 2 ਪੈਸੇ ਦਿੰਦੇ ਸਨ, ਪਰ ਇਸ ਦੀ ਬਜਾਏ ਉਹਨਾਂ ਨੇ ਵੇਰਕਾ ਤੋਂ ਮੰਗਵਾਏ ਨਾਈ ਨੂੰ ਇੱਕ ਆਨਾ ਦੇਣ ਦਾ ਪ੍ਰਪੋਜ਼ਲ ਦਿੱਤਾ। ਚੰਦੂ however had conceived a new notion this time। ਚੰਦੂ ਦੇ ਦਿਮਾਗ ਵਿੱਚ ਹੁਣ ਇੱਕ ਨਵੀਂ ਧਾਰਨਾ ਉਹ ਪੈਦਾ ਹੋ ਚੁੱਕੀ ਸੀ ਇਸ ਸਮੇਂ ਤੱਕ, newer than those he had never thought of before। ਇਹ ਇਹੋ ਜੀ ਨਵੀਂ ਧਾਰਨਾ ਸੀ ਜਿਹੜੀ ਕਿ ਹੁਣ ਤੱਕ ਉਸਦੇ ਦਿਮਾਗ ਵਿੱਚ ਕਦੀ ਵੀ ਨਹੀਂ ਆਈ ਸੀ। having seen the shop of ਨਿਰੰਜਨ ਦਾਸ, ਉਹਨੇ ਨਿਰੰਜਨ ਦਾਸ ਦੀ ਦੁਕਾਨ ਦੇਖ ਰੱਖੀ ਸੀ the barber of the town, ਜੋ ਕਿ ਉਸ ਸ਼ਹਿਰ ਦਾ ਨਾਈ ਸੀ। he had applied his brain, ਉਸਨੇ ਆਪਣਾ ਦਿਮਾਗ ਲੜਾਇਆ to the scheme of opening a shop, ਦੁਕਾਨ ਖੋਲਣ ਦੀ ਇੱਕ ਯੋਜਨਾ ਬਣਾਉਂਦੇ ਹੋਏ on the wayside at the head of the bazaar, ਕਿ ਬਾਜ਼ਾਰ ਦੇ ਸਿਰੇ ਤੇ ਇੱਕ ਸਾਈਡ ਤੇ ਉਸਨੇ ਇਹ ਦੁਕਾਨ ਖੋਲਣ ਦੀ ਯੋਜਨਾ ਬਣਾਈ in partnership with his cousin, ਆਪਣੇ ਕਜ਼ਨ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ the barber of Verka, ਜੋ ਕਿ ਵੇਰਕਾ ਦਾ ਬਾਰਬਰ ਸੀ and with Dhunu and the other barbers within a range of 7 miles from his village। ਤੇ ਇਹ ਸਾਰੀ ਉਸਨੇ ਯੋਜਨਾ ਇੱਕ ਵੱਡੀ ਦੁਕਾਨ ਖੋਲਣ ਲਈ ਬਣਾਈ ਤੇ ਉਹਦੇ ਵਿੱਚ ਉਹ ਚਾਹੁੰਦਾ ਸੀ ਕਿ ਉਸ ਬਾਜ਼ਾਰ ਤੋਂ 7 ਮੀਲ ਦੇ ਇਰਦ ਗਿਰਦ ਜਿੰਨੇ ਵੀ ਬਾਰਬਰ ਸਨ ਉਹ ਸਾਰੇ ਇਕੱਠੇ ਹੋ ਕੇ ਇੱਕ ਦੁਕਾਨ ਦੇ ਉੱਤੇ ਕੰਮ ਕਰਨ ਕਿ ਜਿੱਥੇ ਲੋਕ ਆਪ ਆ ਕੇ ਉਹਨਾਂ ਕੋਲ ਸ਼ੇਵ ਕਰਵਾਉਣ। ਤੇ ਇਸ ਲਈ ਉਸਨੇ ਸਭ ਤੋਂ ਪਹਿਲਾਂ ਵਿਚਾਰ ਆਪਣੇ ਕਜ਼ਨ ਧੂਨੂ ਨਾਲ ਕੀਤੀ ਜੋ ਕਿ ਵੇਰਕਾ ਦਾ ਨਾਈ ਸੀ। ਹੀ ਪ੍ਰਪੋਜ਼ਡ ਹਿਜ਼ ਨਿਊ ਆਈਡੀਆ ਟੂ ਹਿਜ਼ ਕਜ਼ਨ ਐਂਡ ਧੂਨੂ ਐਂਡ ਆਲ ਦਾ ਅਦਰ ਬਾਰਬਰਸ। ਉਸਨੇ ਇਹ ਆਈਡੀਆ ਆਪਣੇ ਕਜ਼ਨ ਧੂਨੂ ਅਤੇ ਹੋਰ ਬਾਰਬਰਸ ਦੇ ਨਾਲ ਸ਼ੇਅਰ ਕੀਤਾ ਐਟ ਅ ਸਪੈਸ਼ਲ ਮੀਟਿੰਗ ਆਫ ਹਿਜ਼ ਕਰਾਫਟ। ਇੱਕ ਸਪੈਸ਼ਲ ਮੀਟਿੰਗ ਸੱਦ ਕੇ ਜੋ ਕਿ ਉਸ ਕਰਾਫਟ ਦੇ ਮਾਹਰ ਸਨ ਭਾਵ ਜੋ ਨਾਈ ਸਨ ਉਹਨਾਂ ਸਾਰਿਆਂ ਦੀ ਇੱਕ ਸਪੈਸ਼ਲ ਮੀਟਿੰਗ ਸੱਦ ਕੇ ਉਸਨੇ ਇਹ ਆਪਣਾ ਵਿਚਾਰ ਉਹਨਾਂ ਸਾਰਿਆਂ ਨਾਲ ਸਾਂਝਾ ਕੀਤਾ। ਐਂਡ ਬਾਈ ਦਾ ਗਿਫਟ ਆਫ ਦਾ ਗੈਬ, ਅਤੇ ਜੋ ਉਸ ਦੇ ਵਿੱਚ ਗੱਲਬਾਤ ਕਰਨ ਦਾ ਹੁਨਰ ਸੀ, ਗਿਫਟ ਸੀ ਜੋ ਰੱਬ ਵੱਲੋਂ ਹੀ ਸੀ, ਵਿਚ ਹੀ ਹੈਡ ਜੋ ਕਿ ਉਹਦੇ ਕੋਲ ਸੀ, ਬਿਸਾਈਡਸ ਹਿਜ਼ ਅਦਰ ਕੁਆਲਿਟੀਜ਼ ਆਫ ਹੈਡ ਐਂਡ ਹਾਰਟ, ਅਤੇ ਜੋ ਉਹ ਦਿਮਾਗ ਤੋਂ ਵੀ ਚੰਗਾ ਸੀ ਅਤੇ ਦਿਲ ਦਾ ਵੀ ਚੰਗਾ ਸੀ, ਉਹ ਸਾਰੀਆਂ ਕੁਆਲਿਟੀਜ਼ ਤੋਂ ਇਲਾਵਾ ਹੀ ਕਨਵਿੰਸਡ them all that it was time that the elders of the village came to them to be shaved rather than that they should dance attendance upon their lords and masters।
ਤੇ ਉਸ ਕਲਾ ਦੇ ਨਾਲ ਉਸ ਨੇ ਉਹਨਾਂ ਸਾਰੇ ਬਾਰਬਰਸ ਨੂੰ ਕਨਵਿੰਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਿੰਡ ਦੇ ਇਹ ਆਪਣੇ ਆਪ ਨੂੰ ਕਹਿੰਦੇ ਕਹਾਂਦੇ ਵੱਡੇ ਲੋਕ ਹੁਣ ਉਹ ਤੁਹਾਡੇ ਕੋਲ ਖੁਦ ਚੱਲ ਕੇ ਆਣ ਆਪਣੀ ਸ਼ੇਵ ਕਰਵਾਉਣ ਨੂੰ, ਤੇ ਨਾ ਕਿ ਅਸੀਂ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਆਪਣੇ ਮਾਸਟਰ ਸਰਦਾਰ ਮੰਨਦੇ ਹੋਏ ਇਹਨਾਂ ਦੀ ਸ਼ੇਵ ਕਰੀਏ, ਇਹਨਾਂ ਦੀ ਨੌਕਰੀ ਚਾਕਰੀ ਕਰੀਏ। ਸੋ ਇਸ ਤੋਂ ਅੱਛਾ ਹੈ ਕਿ ਹੁਣ ਸਮਾਂ ਆ ਗਿਆ ਹੈ ਇਹ ਲੋਕ ਆਪ ਆਣ ਸਾਡੀਆਂ ਦੁਕਾਨਾਂ ਤੇ ਅਤੇ ਉੱਥੇ ਆ ਕੇ ਸ਼ੇਵ ਕਰਵਾਉਣ। ਰਾਜਕੋਟ ਡਿਸਟ੍ਰਿਕਟ ਬਾਬਰ ਬ੍ਰਦਰਸ hair dressing and shaving saloon has been followed by many other active trade unions of working men in our parts। ਕਿ ਰਾਜਕੋਟ ਡਿਸਟ੍ਰਿਕਟ ਬਾਬਰ ਬ੍ਰਦਰਸ ਹੇਅਰ ਡਰੈਸਿੰਗ ਐਂਡ ਸ਼ੇਵਿੰਗ ਸਲੂਨ, ਸੋ ਇਸ ਸਲੂਨ ਦਾ ਬਹੁਤ ਸਾਰੀਆਂ ਗਤੀਸ਼ੀਲ ਵਪਾਰਕ ਯੂਨੀਅਨਸ ਨੇ ਇਸ ਦਾ ਅਨੁਸਰਨ ਕੀਤਾ, ਇਸ ਦਾ ਪਿੱਛਾ ਕੀਤਾ, ਇਸ ਨੂੰ ਫੋਲੋ ਕੀਤਾ, ਜੋ ਕਿ ਅਲੱਗ-ਅਲੱਗ ਖਿੱਤੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਕੰਮ ਕਰ ਰਹੀਆਂ ਸਨ।